ਗੁਰਵੇਲ ਸਿੰਘ ਮੋਟੀਵੇਸ਼ਨਲ ਸ਼ੋਅ ਵਿੱਚ ਤੁਹਾਡਾ ਨਿੱਘਾ ਸਵਾਗਤ। ਕਿਸ ਤਰ੍ਹਾਂ ਹੋ ਦੋਸਤੋ? ਮੈਨੂੰ ਆਸ ਹੈ ਤੁਸੀਂ ਖੁਸ਼ ਹੋਵੋਗੇ, ਆਨੰਦਿਤ ਹੋਵੋਗੇ ਔਰ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਵਧਣਾ ਹੈ ਇਸ ਦੇ ਵਾਸਤੇ ਤੁਸੀਂ ਇੱਛਾ ਵੀ ਰੱਖਦੇ ਹੋਵੋਗੇ। ਔਰ ਅੱਜ ਮੈਂ ਇਸੇ ਵਿਸ਼ੇ 'ਤੇ ਗੱਲ ਕਰਨ ਲੱਗਾ ਕਿਉਂਕਿ ਮੈਨੂੰ ਬਹੁਤ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੇ, ਵਿਦਿਆਰਥੀਆਂ ਨੇ ਖਾਸ ਕਰਕੇ ਕਮੈਂਟਸ ਕਰਕੇ ਪੁੱਛਿਆ ਕਿ ਸਰ ਜ਼ਿੰਦਗੀ 'ਚ ਸਫਲ ਕਿਵੇਂ ਹੋਈਏ, ਸਫਲ ਹੋਣ ਦੇ ਸਾਨੂੰ ਨੁਕਤੇ ਸਮਝਾਓ। ਅਤੇ ਇਸੇ ਵਿਸ਼ੇ 'ਤੇ ਜ਼ਿੰਦਗੀ 'ਚ ਸਫਲ ਕਿਵੇਂ ਹੋਈਏ ਅੱਜ ਦੀ ਆਪਣੀ ਵਿਚਾਰ ਚਰਚਾ ਇਸੇ ਵਿਸ਼ੇ 'ਤੇ ਰਹਿਣੀ ਹੈ। ਪਰ ਇਸ ਤੋਂ ਪਹਿਲਾਂ ਮੈਂ ਫਿਰ ਇੱਕ ਗੁਜ਼ਾਰਿਸ਼ ਆਪ ਜੀ ਨੂੰ ਕਰ ਦੇਵਾਂ ਕਿ ਤੁਸੀਂ ਇਸ ਵੀਡੀਓ ਨੂੰ ਜੇਕਰ YouTube 'ਤੇ ਦੇਖ ਰਹੇ ਹੋ ਤਾਂ ਸਾਡੇ ਇਸ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਦੇਵੋ, ਨਾਲ ਹੀ ਲੱਗਾ ਬੈਲ ਆਈਕਨ ਦਾ ਬਟਨ ਵੀ ਦਬਾ ਦੇਵੋ, ਵੀਡੀਓ ਨੂੰ ਲਾਈਕ ਵੀ ਕਰੋ ਔਰ ਕਮੈਂਟਸ ਕਰਕੇ ਤੁਸੀਂ ਇਸ ਵੀਡੀਓ 'ਤੇ ਆਪਣੇ ਵਿਚਾਰ ਵੀ ਜ਼ਰੂਰ ਦੇਣੇ। ਔਰ ਜੇਕਰ ਤੁਸੀਂ ਫੇਸਬੁੱਕ 'ਤੇ ਦੇਖ ਰਹੇ ਹੋ ਉੱਥੇ ਵੀ ਸਾਡੇ ਪੇਜ ਨੂੰ ਤੁਸੀਂ ਫੋਲੋ ਕਰ ਲਵੋ, ਲਾਈਕ ਕਰ ਦੇਵੋ ਔਰ ਨਾਲ ਦੀ ਨਾਲ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ ਤਾਂ ਕਿ ਇਹਦਾ ਫਾਇਦਾ ਸਾਡੇ ਉਹਨਾਂ ਵੀ ਪਿਆਰੇ ਮਿੱਤਰਾਂ ਦੋਸਤਾਂ ਨੂੰ ਸਾਰਿਆਂ ਨੂੰ ਹੋ ਜਾਵੇ। ਅਤੇ ਆਓ ਹੁਣ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਅਸੀਂ ਸਫਲ ਕਿਵੇਂ ਹੋ ਸਕਦੇ ਹਾਂ, ਸਫਲ ਹੋਣ ਦੇ ਕੀ ਤਰੀਕੇ ਹੈ। ਇਸ ਵਿਸ਼ੇ 'ਤੇ ਸਾਡੀ ਜਿਹੜੀ ਹੈ ਅੱਜ ਦੀ ਗੱਲਬਾਤ ਉਹ ਸ਼ੁਰੂ ਹੋਣ ਜਾ ਰਹੀ ਹੈ। ਅਤੇ ਪਹਿਲੀ ਗੱਲ ਮੈਂ ਇਹ ਦੱਸਾਂ ਕਿ ਤੁਸੀਂ ਜਨਮ ਤੋਂ ਹੀ ਸਫਲ ਹੋ, ਇਸ ਗੱਲ ਨੂੰ ਸਮਝ ਲਓ। ਠੀਕ ਹੈ, ਅਸੀਂ ਭੁੱਲ ਗਏ ਹਾਂ, ਅਲੱਗ ਗੱਲ ਹੈ। ਜਦ ਮੈਂ ਕਿਤੇ ਵੀ ਪੁੱਛਦਾ ਹੈ ਨਾ ਹੱਥ ਖੜੇ ਕਰਾ ਕੇ ਕਿ ਉਹ ਹੱਥ ਖੜੇ ਕਰੋ ਜਿਹੜੇ ਸਫਲ ਹੋਣਾ ਚਾਹੁੰਦੇ ਆ, ਅਤੇ ਸਾਰਿਆਂ ਦੇ ਹੱਥ ਖੜੇ ਹੋ ਜਾਂਦੇ ਆ ਕਿ ਵੀ ਵਾਂਟ ਸਕਸੈਸ। ਅਤੇ ਜਦ ਮੈਂ ਉਹਨਾਂ ਨੂੰ ਪੁੱਛਦਾ ਉਹ ਬੰਦੇ ਆਪਣਾ ਹੱਥ ਖੜਾ ਕਰੋ ਜਿਹੜੇ ਪਹਿਲਾਂ ਤੋਂ ਹੀ ਸਫਲ ਹੈ, ਅਤੇ ਸਾਰੇ ਬੰਦਿਆਂ ਦੇ ਹੱਥ ਹੈ ਜਿਹੜੇ ਉਹ ਨੀਚੇ ਹੋ ਜਾਂਦੇ, ਕੋਈ ਵੀ ਨਹੀਂ ਖੜਾ ਕਰਦਾ। ਮੈਂ ਕਹਿੰਦਾ ਨਹੀਂ ਮਿੱਤਰੋ, ਸਫਲਤਾ ਤੁਹਾਡੇ ਹੱਥ ਦੇ ਵਿੱਚ ਪਰਮਾਤਮਾ ਨੇ ਉਦੋਂ ਹੀ ਦੇ ਦਿੱਤੀ ਸੀ ਜਦ ਤੁਸੀਂ ਬਹੁਤ ਛੋਟੇ ਸੀ, ਬਹੁਤ ਛੋਟੇ ਸੀ। ਆਓ ਦੇਖ ਲਈਏ ਪਹਿਲਾਂ ਕਿ ਸਾਡੀ ਸਫਲਤਾ ਦੀਆਂ ਕਹਾਣੀਆਂ ਕਿਹੜੀਆਂ ਕਿਹੜੀਆਂ। ਨੰਬਰ 1, ਜਦੋਂ ਤੁਸੀਂ ਪਹਿਲੀ ਵਾਰ ਮਾਂ ਦਾ ਦੁੱਧ ਚੁੰਘਿਆ ਸੀ ਅਤੇ ਤੁਸੀਂ ਦੁੱਧ ਚੁੰਘਣ ਦੀ ਤੁਹਾਨੂੰ ਜਾਚ ਨਹੀਂ ਸੀ, ਪਰ ਧੀਰੇ ਧੀਰੇ ਬਸ ਬਹੁਤ ਜਲਦੀ ਤੁਸੀਂ ਸਿੱਖ ਗਏ ਕਿ ਅਸੀਂ ਮਾਂ ਦਾ ਦੁੱਧ ਕਿਵੇਂ ਚੁੰਘਣਾ ਹੈ ਔਰ ਤੁਸੀਂ ਇਸ ਗੱਲ ਦੇ ਵਿੱਚ ਸਫਲ ਹੋ ਗਏ। ਫਿਰ ਜਦੋਂ ਤੁਹਾਨੂੰ ਛੋਟੇ ਜਿਹਿਆਂ ਨੂੰ ਕਿਸੇ ਨੇ ਆਪਣੀ ਚਾਬੀ ਤੁਹਾਡੇ ਅੱਗੇ ਇਸ ਤਰ੍ਹਾਂ ਕੀਤੀ ਅਤੇ ਤੁਸੀਂ ਨਿੱਕੇ ਜਿਹੇ ਹੱਥ ਦੇ ਨਾਲ ਉਸ ਚਾਬੀ ਨੂੰ ਇੱਦਾਂ ਪਕੜਿਆ ਅਤੇ ਉਦੋਂ ਬਾਅਦ ਤੁਸੀਂ ਚਾਬੀ ਪਕੜਨੀ ਨਹੀਂ ਆਉਂਦੀ ਸੀ, ਅਜੇ ਕਿਵੇਂ ਪਕੜਨੀ ਹੈ, ਪਰ ਕੁਝ ਹੀ ਦਿਨਾਂ ਬਾਅਦ ਤੁਸੀਂ ਉਸ ਚਾਬੀ ਨੂੰ ਪਕੜਨਾ ਸਿੱਖ ਗਏ। ਇਹਦਾ ਮਤਲਬ ਦੂਜੀ ਸਫਲਤਾ ਤੁਹਾਡੇ ਹੱਥ ਲੱਗ ਗਈ। ਤੀਸਰਾ, ਪਹਿਲਾਂ ਤੁਹਾਨੂੰ ਬੈਠਣਾ ਨਹੀਂ ਆਉਂਦਾ ਸੀ, ਪਰ ਧੀਰੇ ਧੀਰੇ ਤੁਸੀਂ 1 ਵਾਰ ਗਿਰੇ, 2 ਵਾਰ ਗਿਰੇ, 3 ਵਾਰ ਗਿਰੇ, ਅੰਤ ਨੂੰ ਤੁਸੀਂ ਬੈਠਣ ਲੱਗ ਗਏ ਔਰ ਇਹ ਤੁਹਾਡੀ ਅਗਲੀ ਸਫਲਤਾ ਸੀ। ਤੁਹਾਨੂੰ ਉਦੋਂ ਚੱਲਣਾ ਵੀ ਨਹੀਂ ਆਉਂਦਾ ਸੀ, ਪਹਿਲਾਂ ਤੁਸੀਂ ਰਿੜੇ, ਫਿਰ ਤੁਸੀਂ ਖੜੇ ਹੋਏ, ਫਿਰ ਡਿੱਗੇ, ਫਿਰ ਖੜੇ ਹੋਏ, ਫਿਰ ਡਿੱਗੇ, ਫਿਰ ਖੜੇ ਹੋਏ, ਫਿਰ ਡਿੱਗੇ, ਪਰ ਇੱਕ ਦਿਨ ਤੁਸੀਂ ਚੱਲਣਾ ਸਿੱਖ ਗਏ, ਇਹ ਤੁਹਾਡੀ ਅਗਲੀ ਸਫਲਤਾ ਸੀ। ਤੁਹਾਨੂੰ ਪੈਨ ਪਕੜਨਾ ਨਹੀਂ ਆਉਂਦਾ ਸੀ, ਪਰ ਤੁਸੀਂ ਪੈਨ ਪਕੜਨਾ ਔਰ ਉਸ ਨਾਲ ਲਿਖਣਾ ਸਿੱਖ ਗਏ, ਇਹ ਤੁਹਾਡੀ ਅਗਲੀ ਸਫਲਤਾ ਸੀ। ਉਦੋਂ ਤੁਹਾਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ, ਮੈਥ, ਸਾਇੰਸ, ਕੈਮਿਸਟਰੀ ਕੁਛ ਨਹੀਂ ਆਉਂਦਾ ਸੀ, ਪਰ ਜਦ ਤੁਸੀਂ ਇਹਨਾਂ ਦੀ ਕੋਸ਼ਿਸ਼ ਕੀਤੀ ਸਿੱਖ ਗਏ, ਅਗਲੀ ਸਫਲਤਾ ਸੀ। ਜਦੋਂ ਤੁਸੀਂ ਕਾਰ ਸਕੂਟੀ ਚਲਾਉਣੀ ਸਿੱਖ ਗਏ, ਇਹ ਅਗਲੀ ਸਫਲਤਾ ਸੀ। ਮਤਲਬ ਤੁਹਾਡੇ ਕੋਲ ਸਫਲਤਾ ਦੀ ਬੜੀ ਵੱਡੀ ਹਿਸਟਰੀ ਹੈ। ਕੋਈ ਇੱਕ ਸਫਲਤਾ ਨਹੀਂ, 2 ਸਫਲਤਾ ਨਹੀਂ, ਬਹੁਤ ਸਾਰੀਆਂ ਸਫਲਤਾਵਾਂ ਹੈ। ਪਹਿਲੀ ਤਾਂ ਗੱਲ ਮੈਂ ਇਹ ਕਹਿਣੀ ਚਾਹੁੰਦਾ, ਆਪਣੇ ਆਪ ਨੂੰ ਇਹ ਸਮਝੋ ਅਸੀਂ ਸਫਲਤਾ ਦੀਆਂ ਸੀੜੀਆਂ 'ਤੇ ਨਿਰੰਤਰ ਚੜ੍ਹਦੇ ਆ ਰਹੇ ਹਾਂ, ਪਰ ਇਹ ਜਿਹੜੀ ਸਾਡੀ ਚੜ੍ਹਾਈ ਹੈ ਇਸ ਦਾ ਕਿਤੇ ਵੀ ਐਂਡ ਨਹੀਂ ਹੋਣਾ ਚਾਹੀਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਆ, ਅਗਾਹਾਂ ਕੂ ਤਰਾਂਗ ਪਿੱਛਾ ਫੇਰ ਨਾ ਮੋਢੜਾ। ਤੁਸੀਂ ਅੱਗੇ 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 ਜ਼ਿੰਦਗੀ 'ਚ ਵੱਧਦੇ ਜਾਣਾ ਹੈ ਔਰ ਇਹ ਜ਼ਿੰਦਗੀ ਦਾ ਆਨੰਦ ਲੈਣਾ। ਆਓ ਕੁਛ ਆਪਾਂ ਇਹਨਾਂ ਵਿਸ਼ਿਆਂ 'ਤੇ ਗੱਲ ਹੁਣ ਕਰ ਲਈਏ। ਪਹਿਲੀ ਤਾਂ ਗੱਲ ਇਹ ਹੈ, ਜਿਸ ਨੇ ਸਫਲ ਹੋਣਾ ਹੈ ਉਹਨੂੰ ਆਪਣੇ ਡਰ ਦੂਰ ਸੁੱਟਣੇ ਪੈਣਗੇ, ਕਿਉਂਕਿ ਸਾਡੇ ਅੰਦਰ ਬੜੇ ਡਰ ਹੁੰਦੇ ਆ ਔਰ ਜਿਸ ਬੰਦੇ ਦੇ ਅੰਦਰ ਡਰ ਹੀ ਭਰੇ ਪਏ ਆ, ਜੋ ਡਰਦਾ ਹੀ ਰਹੇਗਾ, ਜੋ ਸੰਗਦਾ ਹੀ ਰਹੇਗਾ, ਉਹ ਬੰਦਾ ਜ਼ਿੰਦਗੀ 'ਚ ਅੱਗੇ ਨਹੀਂ ਵੱਧ ਸਕਦਾ। ਕਿਉਂਕਿ ਮੈਂ ਇੱਕ ਚੀਜ਼ ਬੜੀ ਸਪਸ਼ਟ ਸ਼ਬਦਾਂ 'ਚ ਕਹਿ ਦੇਣੀ ਚਾਹੁੰਦਾ ਹਾਂ, ਜਿਸ ਨੇ ਕੀਤੀ ਸ਼ਰਮ ਉਸ ਦੇ ਫੁੱਟੇ ਕਰਮ, ਜੋ ਡਰ ਗਿਆ ਸੋ ਮਰ ਗਿਆ,
और जेकर जिंदगी 'ਚ सफल होना है ना तो सब तो पहले तो तुहानू डर दूर सुट्टना पवेगा और ज्यों ही तुहाडा डर दूर होवेगा सफलता तुहाडे कदम चुम्मन लई आपे आएगी। क्योंकि याद रखो खेड दे मैदान विच तुसीं देखदे हो दो टीमां आपस विच खेड रहीआं हुंदियां। जिहड़ी टीम दे विच उत्साह ज़्यादा हुंदा है, ऊर्जा ज़्यादा हुंदी है, वो टीम जित जाती है। जिस दे विच उत्साह ते ऊर्जा की कमी हुंदी है वो बस हमेशा डरे ही रहिंदे है कि हार ना जाइए, हार ना जाइए। और हुंदा ये है एक हारन लई खेड रहा हुंदा है, दूसरा जितन लई खेड रहा हुंदा है। और जिहड़ा हारन तो डरदा है वो सिर्फ अपने डिफेंसिव मोड दे विच खेडदा है। जो डिफेंसिव मोड दे विच खेडेगा वो ओफेंसिव हो ही नहीं पाएगा, जितेगा कित्थों, वो तो हारेगा ही हारेगा। और जो बंदा जोश दे नाल, ऊर्जा दे नाल, उत्साह दे नाल चलेगा और जिंदगी दे विच वड्डे वड्डे पहाड़ भी उसनू अपनी सफलता वाल जान तो नहीं रोक सकते। नहीं तो जरा सोच लो, ए जो गंगा नदी है, जो यमुना नदी है, जदों ये चल के आउंदियां ने गंगोत्री जां जमनोत्री तो इन्हां दे रस्ते दे विच वड्डे वड्डे पहाड़ खड़े हुंदे आ, वड्डियां वड्डियां पत्थरां दीयां चट्टानां हुंदियां, गहरियां तो गहरियां खाइयां हुंदियां। सब इन्हां दा रस्ता रोकण दे वास्ते तैयार खड़ियां, पर कोई इन्हां दा रस्ता नहीं रोक पाउंदी। ये निरंतर अपनी मंजिल वल वधदे रहिंदियां और अंत नूं सागर तक ये नदियां पहुँच जांदियां। इस तरह दोस्तों मैं ये भी कहांगा, तुसीं अपनी मंजिल अज ही मिथ लवो। पहली गल ते मंजिल मिथ लवो, एक सोहना जिहा पोस्टर बना के अपने कमरे दे विच लगा लवो। उस पोस्टर ते लिख लवो, आ मेरी मंजिल है, इस मंजिल ते मैं इन्ने समय दे विच पहुंचना है। नाल समा लिखना बहुत जरूरी है, इन्ने सालां दे विच। और उहदे वास्ते फिर रोज़ तुहानूं हिसाब किताब भी करना पैना है कि अज मैं अपनी मंजिल ते पहुंचण लई की कुछ कीता है। क्योंकि एवें नहीं होना जिवें असीं करदे हैं, एक काम शुरू कर लिया पर फिर दूसरे कामां 'च उलझ गए तो उस काम नूं भुल ही गए। नहीं, वो तुहाडी प्रायोरिटी चाहिदी है, जो तुहाडी मंजिल है, जो तुहाडा एम है, जिथे तुसीं पहुंचना है, वो प्रायोरिटी चाहिदी है। ਉਹਦੇ वास्ते ਤੁਹਾਨੂੰ उस तरह के लोगों के नाल मिलना भी पेगा। हाँ, एक चीज़ होर मैं कह देवां, सफलता दे विच अगे वधन दे वास्ते ਤੁਹਾਨੂੰ जो सब तो वड्डी जरूरत है, सब तो पहली तो जरूरत है ਤੁਹਾਨੂੰ अपने करैक्टर नूं उच्चा सुच्चा बनाउण दी। क्योंकि जो बंदा करैक्टर करके उच्चा सुच्चा हो जाता है वो जिंदगी च कदे भी पिछे नहीं जा सकता। क्योंकि मैं इत्थे एक तुहानूं कहानी सुनाउणी चाहुंदा, पहले भी मैं कई बार सुनाई है पर मैनूं इन्नी चंगी लगती है वो कहानी कि मैं बार बार उसनूं सुनाउण दी कोशिश करदा है। और मेरी कोशिश रहिंदी है कि 5, 7, 10 शो तो बाद किसी न किसी मेरे प्रोग्राम च वो कहानी आ जाए। वो कहानी है ईमानदारी दी। वो कहानी है एक नेक नीयत इंसान दी, जिसका नाम सी सरदार प्रीतम सिंह, जो अकोला दे विच रहिंदे सन और एक छोटी जी चाह की दुकान करते सन। उस चाह की दुकान तो उन्होंने अपने बच्चे पाले पढ़ाए और अंत नूं जिस सेठ दे थां ते उन्होंने वो छोटी जी चाह की दुकान खोका पाया होया सी, वो सेठ आके सरदार प्रीतम सिंह नूं कहन लगा, सरदार जी अब मैंने इस जगह पे एक बड़ा मॉल बनाना है, अब ये जगह आप छोड़ के कहीं और अपना इंतज़ाम कर लीजिए, परंतु मेरे से पगड़ी के पैसे कम मांगना। पगड़ी ये वाली नहीं, पगड़ी महाराष्ट्र की भाषा दे विच उस मनी नूं कहिंदे आ जिहड़ी जद कोई बंदा जगह छड्ड के जांदा है ते उन्नूं जगह दे मालक वल्लों देनी पैंदी है कि लै अगे जाके तूं किते होर वसेबा कर ले। ते सरदार प्रीतम सिंह जी उस सेठ नूं कहन लगे, सरदार सेठ जी मैं आपसे पगड़ी क्यों मांगूंगा, मुझे तो पगड़ी मेरे गुरु ने दी है और जिसके सर पे ये पगड़ी हो वो किसी से अपने हक के अलावा कुछ और पैसे नहीं मांगता। क्योंकि मैं आपका सिर्फ शुक्रिया अदा करता हूँ कि आपने इतना समय मुझे ये जगह प्रोवाइड कराई, यहाँ पे मैं चाय का खोखा लगा के अपने बच्चे पाले और मैं आपसे पैसे क्यों लूँ। बस आप तब तक मुझे जहाँ बैठा रहने दीजिए जब तक मेरा आगे कहीं और जगह
इंतज़ाम नहीं हो जाता। जब ही मुझे आगे कहीं और कोई जगह मिल गई तो मैं उसी समय ही उधर शिफ्ट कर लवांगा। लोगों ने बड़ा क्या, प्रीतम सिंह मूर्ख ना बन, इस वेले इन्ने किस तो पैसे मंग ले कि तेरी अपनी जिहड़ी आ छोटी मोटी खुद दी दुकान बन जावे। पर वो कहन लगा, नहीं मित्रों, मेरे गुरु ने यह कहा है कि आपको एक पगड़ी ये दी है और इस पगड़ी वाला कभी किसी से ऐसे बेईमानी के पैसे नहीं मांगता, और मैं इस पगड़ी करके ऐसा पैसा नहीं लूँगा जिस पे मेरा हक नहीं है। यह गल अकोला शहर दे विच जंगल दी अग वांग फैल गई और एक उस जगह तो होर बंदा जिस दियां शहर दे ऐन विचकार बड़ियां सुंदर वधिया दुकानां सी, वो अगले दिन ही प्रीतम सिंह कोल आ गया और कहन लगा, सरदार जी मैंने आपके बारे सब कुछ सुन लिया है। मैं अभी तक अपनी दुकानें किसी को किराए पे इसलिए नहीं दी थी कि कोई गलत बंदा मेरी दुकानें दबा ना ले, परंतु आज मुझे पता चल गया है कि आपसे ज़्यादा अच्छा, आपसे ज़्यादा ईमानदार और कोई इंसान मुझे कभी नहीं मिल सकता। इसलिए आज से मेरी दुकानें आपकी हुई। आप चाहें तो मुझे किराया दे देना, ना चाहें तो ना देना, परंतु मेरी दुकानों पे आप कल ही जाके है जो अपना काम शुरू कीजिए। प्रीतम सिंह ने वो दुकानां ले लियां, काम शुरू कर दिता और शहर दे लोग इसे ही तरह उत्थे आन लग गए। घटो घट चाह पीण दे बहाने एक चंगे नेक ते ईमानदार इंसान नूं मिलण दा मौका ते मिल जाएगा। और नतीजा ये निकलिया कि प्रीतम सिंह दीयां दुकानां ऐसियां चलियां कि वो दुकानां तो अगे होटल कदों बन गए, कदों वो जिहड़ा चाह वाला सी वो करोड़पति बन गया, इहदा पता ही ना चलिया। और दोस्तों इत्थे मैं यही गल कहांगा, साडे मैं अपने ही शहर की गल दसदा। अक्सर ही शादीशुदा हाँ और शादीशुदा बंदे नूं सब्जी लैन तां बाज़ार जाना ही पैंदा है। जे बीवी की खुशी लैनी है तुसीं भी जांदे होवोगे, जिन्हां दी शादी हो चुकी है, जिन्हां दी नहीं होई वो तैयार रहो, कुछ टाइम बाद तुहानूं भी जाना ही पैना। ते मैं भी दोस्तों सब्जी लैन लई बाज़ार फ्रूट लैन लई जांदा ही रहिंदा। उत्थे ना लागे लागे दो दुकानां है। एक दुकान ते मैं गया ते उस दुकानदार ने की कीता कि उपर फ्रूट चंगा पा दिता ते हेठां थोड़ा बहुता खराब फ्रूट ते सब्जी पा दिती मेरे थैले दे विच। मैं उस ते विश्वास करके उन्होंने कहा आप पा दे, मैं खुद चुन के ना पाई। परंतु उस तो कुछ दिन बाद मैंने कहा कि हुण इस दुकानदार तो सब्जी कदे नहीं लैनी। फिर मैं दूसरा जो उहदे कोल वाला सी उस दे कोल चला गया, पर उस दुकानदार ने एक ही शब्द मैनू बोलिया कि सरदार जी आज मेरे पास जो फ्रूट है ये फ्रूट ठीक नहीं, मैं आपको नहीं दूंगा और आपने मेरे से परसों आके फ्रूट लेना, तब मैं अच्छा फ्रूट दूंगा। उस दिन तो बाद उस दुकानदार दे नाल ऐसा व्यवहार बनिया कि हुण मैं दूसरे दुकानदार तो ही सब्जी लियाउणा है और ये तुहाडे नाल भी हुंदा होवेगा। जरा तुसीं भी सोचो, एक दुकानदार तुसीं उस तो 100 रुपए दे अंब ले, उपर उसने चंगे अंब पाए पर हेठां 2-4 अंब उसने गले सड़े पा दिते, ते घर आके की उसनूं तुसीं की करोगे? गालां ही कड्डोगे ना, और अगे तो कहोगे कि इस दे कोल दोबारा कदे नहीं जावांगा, ये बेईमान है। पर जेकर कोई दुकानदार तुहानूं भी ये गल कह देवे अज मेरे कोल माल ठीक नहीं, अज नहीं मैं तुहानूं कल माल देवांगा, और जरा दसो कि तुसीं उहदे कोल दोबारा जाना चाहोगे जां नहीं। पहली गल तां ये ईमानदारी किसी भी बंदे च सफल होने की पहली शर्त है। जेकर तुहाडे अंदर ईमानदारी नहीं है तुसीं सफलता के रस्ते फेल हो ही जाना है, फिर अगे नहीं वधोगे। और ये भी सोच लो कि तुसीं दूसरिਆਂ ਲਈ ईमानदार रहना ਜਾਂ अपने लिए भी रहना है। असल ਵਿੱਚ ਇਹ ਹੁੰਦਾ ਹੈ ਅਸੀਂ दूसरिਆਂ ਲਈ ਤੇ ईमानदार हो जाते हैं। पता क्यों? क्योंकि दूसरे साडे ते बेईमान होने का लैवल ना ला देन, जिमें मैं पहले दुकानदार ते लैवल ला दिता, परंतु असी अपने लिए ईमानदार नहीं रहिंदे क्योंकि सानू पता है मैं किहड़ा अपने आप ते बेईमान हो भी गया किसी नूं की पता चलना। इसे करके असी अपना असूल बनाने हैं कि मैं सवेरे 5 वजे उठांगा
3 दिन 5 ਵਜੇ ਉੱਠਦੇ ਹਾਂ, ਚੌਥੇ ਦਿਨ ਮਨ ਆਪਣੇ ਲਈ ਬੇਈਮਾਨ ਹੋ ਜਾਂਦਾ ਹੈ ਅਤੇ 8 ਵਜੇ ਉੱਠਦੇ ਹਾਂ। ਫਿਰ ਅਸੀਂ ਆਪਣੇ ਲਈ ਅਸੂਲ ਬਣਾਉਣੇ ਆ, ਮੈਂ ਸਿਰਫ ਹੁਣ ਇੰਨੇ ਘੰਟੇ ਆਪਣੀ ਸਟੱਡੀ ਕਰਾਂਗਾ। ਇਹ ਸਾਡਾ ਅਸੂਲ ਕੁਛ ਦਿਨ ਤੇ ਚੱਲਦਾ ਪਰ ਫਿਰ ਛੱਡ ਦਿੰਦੇ, ਕਿਉਂਕਿ ਆਪਣੇ ਵਾਸਤੇ ਅਸੀਂ ਇਮਾਨਦਾਰ ਨਹੀਂ ਹੁੰਦੇ। ਔਰ ਮੈਂ ਇਹ ਗੱਲ ਤੁਹਾਨੂੰ ਕਹਿ ਦੇਵਾਂ, ਦੂਜਿਆਂ ਲਈ ਇਮਾਨਦਾਰ ਬਾਅਦ ਵਿੱਚ ਹੋਣਾ ਹੈ, ਪਹਿਲਾਂ ਇਮਾਨਦਾਰ ਆਪਣੇ ਲਈ ਹੋਣਾ ਹੈ। ਜੋ ਆਪਣੇ ਲਈ ਇਮਾਨਦਾਰ ਨਹੀਂ ਹੈ ਉਹ ਕਿਸੇ ਦੂਸਰੇ ਲਈ ਵੀ ਕਦੇ ਵੀ ਇਮਾਨਦਾਰ ਨਹੀਂ ਹੋ ਸਕਦਾ। ਔਰ ਜ਼ਿੰਦਗੀ 'ਚ ਅੱਗੇ ਉਹੋ ਹੀ ਵੱਧਦੇ ਹੈ ਜੋ ਲੋਕ ਇਮਾਨਦਾਰ ਹੁੰਦੇ ਹੈ, ਜੋ ਲੋਕ ਕਰੈਕਟਰ ਦੇ ਉੱਚੇ ਹੁੰਦੇ ਆ। ਕਰੈਕਟਰ ਨੂੰ ਵੀ ਜ਼ਿਆਦਾ ਜਗ੍ਹਾ ਦੇਣੀ ਜ਼ਰੂਰੀ ਹੈ। ਅੱਜ ਸਾਡੀ ਸਭ ਤੋਂ ਵੱਡੀ ਜੋ ਮੁਸ਼ਕਲ ਹੈ ਉਹ ਇਹ ਹੈ ਕਿ ਅਸੀਂ ਆਪਣੇ ਕਰੈਕਟਰ ਵੱਲ ਧਿਆਨ ਨਹੀਂ ਦਿੰਦੇ। ਅਤੇ ਜਦ ਮੈਂ ਕਰੈਕਟਰ ਦੀ ਗੱਲ ਕਰ ਰਿਹਾ ਤਾਂ ਕਰੈਕਟਰ 'ਚ ਸਿਰਫ ਅਸ਼ਲੀਲਤਾ ਹੀ ਨਹੀਂ ਆਉਂਦੀ, ਕਰੈਕਟਰ ਦੇ ਵਿੱਚ ਡਿਸਿਪਲਿਨ ਆਉਂਦਾ ਹੈ। ਡਿਸਿਪਲਿਨ ਦਾ ਮਤਲਬ ਇਹ ਹੈ ਕਿ ਤੁਹਾਡਾ ਆਪਣੇ ਪ੍ਰਤੀ ਨਜ਼ਰੀਆ ਕੈਸਾ ਹੈ, ਤੁਸੀਂ ਕਿਸ ਤਰੀਕੇ ਦੇ ਨਾਲ ਸੋਚਦੇ ਹੋ। ਔਰ ਮੈਂ ਇੱਕ ਚੀਜ਼ ਕਹਿ ਦੇਵਾਂ, ਅੱਜ ਤੁਸੀਂ ਇਹ ਦੇਖੋ ਸੋਸ਼ਲ ਮੀਡੀਆ 'ਤੇ ਲਗਭਗ ਸਾਰੀ ਭੀੜ ਜਮ੍ਹਾਂ ਰਹਿੰਦੀ ਹੈ, ਖਾਸ ਕਰਕੇ ਲੋਕਡਾਊਨਸ ਦੇ ਦਿਨ ਜਦ ਚੱਲ ਰਹੇ ਆ। ਹਰ ਬੰਦਾ ਜੁੜਿਆ ਹੋਇਆ ਹੈ ਸੋਸ਼ਲ ਮੀਡੀਆ ਦੇ ਨਾਲ। ਔਰ 1 ਘੰਟਾ ਨਹੀਂ, ਮੇਰੇ ਖਿਆਲ 6-6 7-7 8-8 ਘੰਟੇ ਅਸੀਂ ਮੋਬਾਈਲ ਫੋਨ 'ਤੇ ਗੁਜ਼ਾਰ ਦਿੰਦੇ ਹਾਂ। ਹੁਣ ਉਹ ਜੋ ਸਾਡੇ 7-8 ਘੰਟੇ ਉਸ ਜਗ੍ਹਾ 'ਤੇ ਲੱਗਦੇ ਹੈ ਉਹ ਕਿਹੜੀਆਂ ਚੀਜ਼ਾਂ 'ਤੇ ਲੱਗਦੇ ਆ। ਨੰਬਰ 1 ਗੇਮਸ ਖੇਲਣ 'ਤੇ, ਚਾਹੇ ਪਬਜੀ ਹੋ ਗਈ, ਚਾਹੇ ਹੋਰ ਕੋਈ ਗੇਮ ਹੋ ਗਈ। ਜੇਕਰ ਉਧਰੋਂ ਹਟੇ ਤਾਂ ਅਸੀਂ ਪਹੁੰਚ ਜਾਂਦੇ ਹਾਂ ਜੀ ਫੇਸਬੁੱਕ 'ਤੇ, ਫੇਸਬੁੱਕ ਤੋਂ ਹਟੇ ਤੇ ਟਿਕਟੌਕ 'ਤੇ, ਟਿਕਟੌਕ ਤੋਂ ਹਟੇ ਤਾਂ ਯੂਟਿਊਬ 'ਤੇ। ਪਰ ਇਹਨਾਂ ਜਗ੍ਹਾ 'ਤੇ ਜਾ ਕੇ ਅਸੀਂ ਦੇਖਦੇ ਕੀ ਹਾਂ, ਕਰਦੇ ਕੀ ਹਾਂ? ਕੀ ਅਸੀਂ ਉੱਥੇ ਸਿਰਫ ਹਲਕੀਆਂ ਫੁਲਕੀਆਂ ਮਜ਼ਾਕ ਵਾਲੀਆਂ ਵੀਡੀਓਜ਼ ਤੱਕ ਹੀ ਤਾਂ ਸੀਮਿਤ ਨਹੀਂ ਰਹਿ ਜਾਂਦੇ, ਕਾਮੇਡੀਜ਼ ਤੱਕ? ਔਰ ਤੁਸੀਂ ਦੇਖੋਗੇ ਜੋ ਹਾਈਲੀ ਐਜੂਕੇਟਡ ਔਰ ਜੋ ਇੰਸਪਾਇਰੇਬਲ ਵੀਡੀਓਜ਼ ਹੁੰਦੀਆਂ ਨੇ ਉਹ ਦੇਖਣ ਵਾਲਿਆਂ ਦੀ ਗਿਣਤੀ ਤੁਹਾਨੂੰ ਬਹੁਤ ਘੱਟ ਮਿਲੇਗੀ। ਔਰ ਜੋ ਵੀਡੀਓਜ਼ ਬੜੀਆਂ ਹਲਕੇ ਪੱਧਰ ਦੀਆਂ ਹੁੰਦੀਆਂ ਨੇ, ਖਾਸ ਕਰਕੇ ਟਿਕਟੌਕਸ ਦੀਆਂ ਵੀਡੀਓਜ਼, ਉਹਨਾਂ ਨੂੰ ਵੇਖਣ ਵਾਲੇ ਆ ਜਿਹੜੇ, ਉਹਦੀ ਗਿਣਤੀ ਜ਼ਿਆਦਾ ਮਿਲੇਗੀ। ਇਹਦਾ ਮਤਲਬ ਸਾਡਾ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਨਹੀਂ ਹੈ। ਮੈਂ ਇੱਥੇ ਇਹ ਨਹੀਂ ਕਹਿ ਰਿਹਾ ਕਿ ਉਹ ਵੀਡੀਓ ਨਹੀਂ ਦੇਖਣੀਆਂ, ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ। ਮੈਂ ਇਹ ਕਹਿ ਰਿਹਾ ਉਹਨਾਂ ਨੂੰ ਦੇਖੋ, ਪਰ ਇਹ ਨਹੀਂ ਕਿ ਉਹਨਾਂ ਤੋਂ ਸਿਵਾਏ ਹੋਰ ਕੁਝ ਚੰਗਾ ਦੇਖੋ ਹੀ ਨਾ। ਮੈਂ ਇਹ ਕਹਿ ਰਿਹਾ ਸਾਰੀਆਂ ਚੀਜ਼ਾਂ ਨੂੰ ਬਰਾਬਰ ਲੈ ਕੇ ਚੱਲੋ, ਕਿਉਂਕਿ ਜ਼ਿੰਦਗੀ ਦੇ ਵਿੱਚ ਸਫਲ ਕਿਵੇਂ ਹੋਣਾ ਹੈ ਇਹਦੇ ਰਸਤੇ ਸਾਨੂੰ ਖੁਦ ਹੀ ਤੈਅ ਕਰਨੇ ਪੈਣੇ ਆ। ਪਹਿਲੇ ਅਸੀਂ ਸਫਲ ਸੀ ਜਦ ਅਸੀਂ ਨੈਚੁਰਲ ਤਰੀਕੇ ਨਾਲ ਚੱਲ ਰਹੇ ਸੀ, ਹੁਣ ਅਸੀਂ ਅਨਨੈਚੁਰਲ ਹੋ ਗਏ ਹਾਂ। ਅਨਨੈਚੁਰਲ ਹੋਣ ਦਾ ਮਤਲਬ ਹੁਣ ਸਾਡੀਆਂ ਮੰਜ਼ਿਲਾਂ ਐਸੀਆਂ ਹੋ ਗਈਆਂ ਨੇ ਜਿਨ੍ਹਾਂ ਦੇ ਵੱਲ ਵਧਣ ਲਈ ਸਾਨੂੰ ਬਹੁਤ ਕੁਝ ਵੇਖਣਾ ਪੈਣਾ। ਔਰ ਮੈਂ ਇੱਕ ਚੀਜ਼ ਕਹਿਣਾ, ਤੁਸੀਂ ਸਫਲ ਹੋ ਸਕਦੇ ਹੋ ਔਰ ਤੁਹਾਡੀ ਸਫਲਤਾ ਦੀ ਮੰਜ਼ਿਲ 'ਤੇ ਪਹੁੰਚਾਉਣਾ ਇਹ ਸਾਡੀ ਜ਼ਿੰਮੇਵਾਰੀ ਹੈ। ਅਤੇ ਦੋਸਤੋ ਇਸੇ ਲਈ ਹੀ ਮੈਂ ਤੁਹਾਡੇ ਵਾਸਤੇ ਨਵੀਆਂ ਤੋਂ ਨਵੀਆਂ ਵੀਡੀਓਜ਼ ਲੈ ਕੇ ਆਉਂਦਾ ਰਹਿੰਦਾ। ਔਰ ਇਹ ਵੀਡੀਓਜ਼ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਔਰ ਫਿਰ ਮੈਂ ਇੰਨਾ ਕਹਿ ਦੇਵਾਂ, ਜੇਕਰ ਇਹ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ, ਜੇਕਰ ਤੁਹਾਨੂੰ ਇਹ ਲੱਗੇ ਕਿ ਇਹ ਵੀਡੀਓ ਵਾਕਿਆ ਹੀ ਸਾਡੇ ਦੋਸਤਾਂ ਮਿੱਤਰਾਂ ਨੂੰ ਸਹੀ ਡਾਇਰੈਕਸ਼ਨ, ਸਹੀ ਸੇਧ ਦੇ ਸਕਦੀ ਹੈ ਸਾਡੇ ਬੱਚਿਆਂ ਨੂੰ, ਤੇ ਜ਼ਰੂਰ ਉਹਨਾਂ ਦੇ ਨਾਲ ਸ਼ੇਅਰ ਕਰੋ। ਨਾਲ ਹੀ YouTube ਤੇ ਤੁਸੀਂ ਸਾਡੇ ਚੈਨਲ ਹੋਪ ਗਲੋਬਲ TV ਨੂੰ ਸਬਸਕ੍ਰਾਈਬ ਵੀ ਕਰ ਲਵੋ, ਬੈਲ ਆਈਕਨ ਵੀ ਦਬਾ ਦੇਵੋ। ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਜਾਂ ਹੋਰ ਆਪਾਂ ਕਿਹੜੇ ਵਿਸ਼ਿਆਂ 'ਤੇ ਜਾਂ ਕੀ ਸੁਝਾਅ ਹੈ ਤੁਹਾਡੇ, ਉਹ ਤੁਸੀਂ ਕਮੈਂਟਸ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਭੇਜੋ। ਇਹਨੂੰ ਲਾਈਕ ਵੀ ਕਰੋ। ਔਰ ਇਸੇ ਤਰ੍ਹਾਂ ਹੀ ਫੇਸਬੁੱਕ 'ਤੇ ਵੀ ਸਾਡਾ ਜੋ ਪੇਜ ਹੈ ਮੋਟੀਵੇਟਰ ਪ੍ਰੋਫੈਸਰ ਗੁਰਵੇਲ ਸਿੰਘ, ਉਸ 'ਤੇ ਜਾ ਕੇ ਵੀ ਤੁਸੀਂ ਜਿਹੜਾ ਵਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ। ਔਰ ਨਾਲ ਦੀ ਨਾਲ ਇਹ ਪੇਜ ਵੀ ਜਿਹੜਾ ਉਸ ਨੂੰ ਲਾਈਕ ਫੋਲੋ ਕਰ ਦੇਵੋ, ਤਾਂ ਕਿ ਤੁਹਾਡੇ ਕੋਲ ਸਾਡੀਆਂ ਸਾਰੀਆਂ ਵੀਡੀਓਜ਼ ਪਹੁੰਚਦੀਆਂ ਰਹਿਣ। ਔਰ ਦਿਓ ਇਜਾਜ਼ਤ ਆਪਣੇ ਡਿਵਾਈਨ ਤੇ ਦਿਲਦਾਰ ਮੈਂਟਰ ਗੁਰਵੇਲ ਸਿੰਘ ਨੂੰ। ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।